Hello students, I hope you all are doing well. I was teaching you chapter 2nd of biology, and that is tissues. In that we have seen plant tissues and its types like permanent tissues, meristematic tissues with their types, and the next topic is complex tissues. So before then that, let me tell you one thing, and that is about epidermis and bark. So ਜੇ ਆਪਾਂ epidermis ਦੀ ਗੱਲ ਕਰੀਏ, it is a protective layer which is present all around the plant. ਜਿਵੇਂ ਕਿ ਆਪਣੀ ਹਿਊਮਨ ਬੀਇੰਗਸ ਦੇ ਬੋਡੀ ਤੇ ਵੀ epidermal layer present ਹੈ ਜੋ ਆਪਾਂ ਨੂੰ external environment ਤੋਂ ਸੇਵ ਕਰਦੀ ਹੈ, ਠੀਕ ਹੈ. ਇਟ ਐਕਟਸ ਐਜ਼ ਅ ਬੈਰੀਅਰ, ਇਹ ਇੱਕ ਬੈਰੀਅਰ ਬਿਹੇਵ ਕਰਦੀ ਹੈ, ਠੀਕ ਹੈ. ਇੰਟਰਨਲ ਤੇ ਆਪਣੀ ਜੋ ਵੀ ਇੰਟਰਨਲ এনवायरमेंट ਆ ਉਹਨੂੰ ਐਕਸਟਰਨਲ এনवायरमेंट ਤੋਂ ਸੈਪਰੇਟ ਕਰਦੀ ਹੈ, ਠੀਕ ਹੈ. ਇੱਦਾਂ ਹੀ ਪਲਾਂਟ ਦੇ ਵਿੱਚ ਵੀ ਐਪੀਡਰਮਿਸ ਪ੍ਰੈਜ਼ੈਂਟ ਹੁੰਦੀ ਹੈ ਐਂਡ ਇਟ ਇਜ਼ ਮੇਡ ਅਪ ਆਫ ਸਿੰਗਲ ਲੇਅਰਡ ਗਰੁੱਪ ਆਫ ਸੈਲਸ. ਸੋ ਜਿਵੇਂ ਜਿਵੇਂ ਐਪੀਡਰਮਿਸ ਲੇਅਰ ਗਰੋ ਕਰਦੀ ਜਾਂਦੀ, ਐਪੀਡਰਮਲ ਸੈਲਸ ਗਰੋ ਕਰਦੇ ਨੇ, ਉਹ ਹੌਲੀ ਹੌਲੀ ਓਲਡ ਹੁੰਦੇ ਨੇ ਅਤੇ ਉਹ ਕਿਹ 'ਚ ਕਨਵਰਟ ਹੋ ਜਾਂਦੇ ਨੇ, ਸੈਕੰਡਰੀ ਮੈਰਿਸਟੈਮ 'ਚ, ਜਿਹਨੂੰ ਆਪਾਂ ਮਤਲਬ ਪੈਰੀਡਰਮ ਵੀ ਕਹਿੰਦੇ ਨੇ ਅਤੇ ਕੌਰਕ ਕੈਂਬੀਅਮ ਵੀ ਕਹਿ ਦਿੰਦੇ ਹਾਂ, ठीक है. So secondary meristem or peridome or cork cambium slowly replaces the epidermis as the protective covering. Then ਇਸ ਤੋਂ ਇਲਾਵਾ ਜੇ ਆਪਾਂ ਸੈਕੰਡਰੀ ਮੈਰਿਸਟਮ ਦੀ ਗੱਲ ਕਰੀਏ, ਉੱਥੇ ਮਤਲਬ ਵਿਦਿਨ ਦ ਲੇਅਰ ਆਫ ਸੈਕੰਡਰੀ ਮੈਰਿਸਟਮ ਜਿਹੜੇ ਵੀ ਸੈਲਸ ਪ੍ਰੈਜ਼ੈਂਟ ਹੁੰਦੇ ਨੇ ਉਹ ਡੈਡ ਹੁੰਦੇ ਨੇ, ਕਿਉਂਕਿ ਉਹ ਅੱਗੇ ਡਿਵਾਈਡ ਨਹੀਂ ਕਰ ਸਕਦੇ, ਜਸਟ ਉਹ ਡੈਡ ਹੁੰਦੇ ਨੇ. ਉਹ ਜਸਟ ਇੱਕ ਮਕੈਨੀਕਲ ਸਪੋਰਟ ਦਿੰਦੇ ਨੇ ਪਲਾਂਟ ਨੂੰ ਅਤੇ ਪ੍ਰੋਟੈਕਸ਼ਨ ਦਿੰਦੇ ਨੇ, ਇਸ ਤੋਂ ਐਕਸਟਰਾ ਉਹ ਕੁਛ ਨਹੀਂ ਕਰਦੇ ਨੇ. ਐਂਡ ਵਨ ਮੋਰ ਫੰਕਸ਼ਨ ਇਜ਼ ਦੇਅਰ ਕਿ ਉਹਨਾਂ ਦੇ ਵਿੱਚ ਇੱਕ ਸਬਸਟੈਂਸ ਪ੍ਰੈਜ਼ੈਂਟ ਹੁੰਦਾ ਹੈ ਜਿਹਨੂੰ ਆਪਾਂ ਸਬੈਰਿਨ ਕਹਿੰਦੇ ਨੇ. ਉਹਨਾਂ ਦੀ ਵਾਲਸ ਦੇ ਵਿੱਚ ਸਬੈਰਿਨ ਸਬਸਟੈਂਸ ਪ੍ਰੈਜ਼ੈਂਟ ਹੁੰਦਾ ਹੈ ਜੋ ਕਿ ਪ੍ਰੋਟੈਕਟ ਕਰਦਾ ਹੈ ਪਲਾਂਟ ਦੀ ਸਟੈਮ ਨੂੰ ਫਰੋਮ ਡਰਾਇੰਗ ਐਂਡ ਪੈਥੋਜਨ ਅਟੈਕ. ਡਰਾਈ ਹੋਣ ਤੋਂ ਪ੍ਰੀਵੈਂਟ ਕਰਦਾ ਹੈ ਅਤੇ ਨਾਲ ਦੀ ਨਾਲ ਕੋਈ ਕਿਸੇ ਵੀ ਕਿਸਮ ਦਾ ਪੈਥੋਜਨ ਉਹ 'ਤੇ ਅਟੈਕ ਨਾ ਕਰੇ, ਉਹ ਤੋਂ ਪ੍ਰੀਵੈਂਟ ਕਰਦਾ ਹੈ. ਸੋ ਮਤਲਬ ਕਿ ਬੇਸਿਕਲੀ ਆਈ ਵਾਂਟ ਟੂ ਟੈਲ ਯੂ ਕਿ ਜਿਹੜੇ ਵੀ ਵੁਡੀ ਸਟੈਮਸ ਹੁੰਦੇ ਨੇ ਉਹਨਾਂ ਵਿੱਚ ਜ਼ਿਆਦਾ ਡੈਡ ਸੈਲਸ ਪ੍ਰੈਜ਼ੈਂਟ ਹੁੰਦੇ ਨੇ, ਡੈਡ ਟਿਸ਼ੂਜ਼ ਪ੍ਰੈਜ਼ੈਂਟ ਹੁੰਦੇ ਨੇ, ਜਿਹਨਾਂ ਨੂੰ ਆਪਾਂ ਸੈਕੰਡਰੀ ਮੈਰਿਸਟਮ ਕਹਿ ਦਿੰਦੇ ਨੇ, ਜੋ ਕਿ ਉਹਨੂੰ ਪਲਾਂਟ ਨੂੰ ਮਤਲਬ ਕਿ ਬਹੁਤ ਜ਼ਿਆਦਾ ਸਟਰੋਂਗ ਬਣਾ ਦਿੰਦੇ ਨੇ, ਤਾਂ ਕਿ ਉਹ ਮਕੈਨੀਕਲੀ ਸਟਰੋਂਗ ਬਣਾ ਦਿੰਦੇ ਨੇ ਤਾਂ ਕਿ ਉਹ ਵਿਥਸਟੈਂਡ ਕਰ ਸਕੇ ਐਕਸਟ੍ਰੀਮ ਕੰਡੀਸ਼ਨਸ ਨੂੰ, ਠੀਕ ਹੈ. ਇਸ ਤੋਂ ਇਲਾਵਾ ਆਪਾਂ ਇਹ ਵੀ ਕਹਿ ਸਕਦੇ ਨੇ ਜਿਹੜੀ ਕੌਰਕ ਕੈਂਬੀਅਮ ਹੈ, ਦੈਟ ਮੀਨਸ ਸੈਕੰਡਰੀ ਮੈਰਿਸਟਮ ਹੈ, ਇਟ ਇਜ਼ ਇੰਪਰਵੀਅਸ ਟੂ ਔਰ ਇੰਪਰਮੇਬਲ ਟੂ ਗੈਸਿਸ ਇਨ ਵਾਟਰ, ਠੀਕ ਹੈ. ਜਿਹੜੀ ਵੀ ਐਕਸਟਰਨਲ ਗੈਸਿਸ ਨੇ ਜਾਂ ਵਾਟਰ ਨੇ ਉਹਨਾਂ ਦੀ ਐਂਟਰੀ ਅੰਦਰ ਜਾਂ ਅੰਦਰੋਂ ਬਾਹਰ ਨਹੀਂ ਹੋ ਸਕਦੀ. ਦੈਨ ਸਟੋਮੇਟਾ ਐਪੀਡਰਮਸ ਜਿਹੜੀ ਲੇਅਰ ਅਤੇ ਸਟੋਮੇਟਾਸ ਵੀ ਪ੍ਰੈਜ਼ੈਂਟ ਹੁੰਦੇ ਨੇ ਔਨ ਦ ਲੀਫ ਸਰਫੇਸ, ਹੈ ਨਾ. ਸੋ ਲੀਫ ਹੈਜ਼ ਸਮੋਲ ਪੋਰਸ ਸਟੋਮੇਟਾ ਵਿਚ ਇਜ਼ ਸਰਾਊਂਡਡ ਬਾਈ 2 ਕਿਡਨੀ ਸ਼ੇਪਡ ਗਾਰਡ ਸੈਲਸ. ਸੋ ਸਾਰਿਆਂ ਨੂੰ ਇਹਦੇ ਬਾਰੇ ਸਾਰਿਆਂ ਨੇ ਪੜ੍ਹਿਆ ਹੀ ਹੈ ਲੋਅਰ ਕਲਾਸਿਸ ਦੇ ਵਿੱਚ. ਗਾਰਡ ਸੈਲਸ ਜਿਹੜੇ 2 ਕਿਡਨੀ ਸ਼ੇਪਡ ਗਾਰਡ ਸੈਲਸ ਨੇ ਉਹ ਸਟੋਮੇਟਲ ਪੋਰਸ ਨੂੰ ਦੀਆਂ ਸਾਈਡ 'ਤੇ ਹੁੰਦੇ ਨੇ. ਫੰਕਸ਼ਨ ਕੀ ਹੈ ਸਟੋਮੇਟਾ ਦਾ? ਇਟ ਹੈਲਪਸ ਐਕਸਚੇਂਜ ਆਫ ਗੈਸਿਸ, ਜਿਹੜੀ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੀ ਜਿਹੜੀ ਐਕਸਚੇਂਜ ਆਫ ਗੈਸਿਸ ਹੈ ਉਹਦੇ ਵਿੱਚ ਹੈਲਪ ਕਰਦਾ ਸਟੋਮੇਟਾ, ਠੀਕ ਹੈ. ਫਿਰ ਟਰਾਂਸਪੀਰੇਸ਼ਨ 'ਚ ਬਹੁਤ ਇੰਪੋਰਟੈਂਟ ਰੋਲ ਕਰਦਾ ਹੈ ਪਲੇ. ਟਰਾਂਸਪੀਰੇਸ਼ਨ ਕੀ ਹੈ? ਲੋਸ ਆਫ ਵਾਟਰ ਇਨ ਦ ਫਾਰਮ ਆਫ ਵਾਟਰ ਵੇਪਰ. ਸੋ ਆਪਾਂ ਦੇਖਦੇ ਹਾਂ ਕਿ ਵਾਟਰ ਵੇਪਰਸ ਪ੍ਰੈਜ਼ੈਂਟ ਹੁੰਦੇ ਨੇ ਔਨ ਦ ਸਰਫੇਸ ਆਫ ਲੀਵਸ, ਸੋ ਦੈਟ ਇਜ਼ ਟਰਾਂਸਪੀਰੇਸ਼ਨ. ਸੋ ਟਰਾਂਸਪੀਰੇਸ਼ਨ ਜਦੋਂ ਹੁੰਦੀ ਹੈ ਦੈਟ ਮੀਨਸ ਲੋਸ ਆਫ ਵਾਟਰ ਹੁੰਦਾ ਇਨ ਦ ਫਾਰਮ ਆਫ ਵਾਟਰ ਵੇਪਰ. ਸੋ ਦੈਟ ਇਜ਼ ਆਲਸੋ ਫਰੋਮ ਸਟੋਮੇਟਾ ਹੀ ਹੁੰਦਾ ਹੈ. ਇਸ ਤੋਂ ਇਲਾਵਾ ਇਟ ਹੈਲਪਸ ਇਨ ਦ ਕੰਡਕਸ਼ਨ ਆਫ ਵਾਟਰ ਮਿਨਰਲਸ ਫਰੋਮ ਰੂਟ ਟੂ ਅਦਰ ਪਾਰਟਸ ਆਫ ਦ ਪਲਾਂਟ, ਠੀਕ ਹੈ. ਕੰਡਕਸ਼ਨ ਆਫ ਵਾਟਰ ਤੇ ਦੀ ਕੰਡਕਸ਼ਨ ਅਤੇ ਮਿਨਰਲਸ ਦੀ ਕੰਡਕਸ਼ਨ ਹੁੰਦੀ ਹੈ ਰੂਟਸ ਟੂ ਆਲ ਓਵਰ ਦ ਪਲਾਂਟ ਵਿਦ ਦ ਹੈਲਪ ਆਫ ਦਿਸ ਸਟੋਮੇਟਾ. Next, one question is there. Is the outer layer of branch of a tree different from the outer layer of a young stem? ਕਿ ਜਿਹੜੀ ਆਊਟਰ ਲੇਅਰ ਹੈ ਇੱਕ ਟਰੀ ਦੀ, ਕਿ ਉਹ ਡਿਫਰੈਂਟ ਹੈ ਇੱਕ ਯੰਗ ਸਟੈਮ ਤੋਂ, ਠੀਕ ਹੈ. ਜੇ ਆਪਾਂ ਦੋਵਾਂ ਨੂੰ ਕੰਪੇਅਰ ਕਰੀਏ, ਯੈਸ ਇਟ ਇਜ਼ ਡਿਫਰੈਂਟ. ਜਿਵੇਂ ਜਿਵੇਂ ਪਲਾਂਟ ਗਰੋ ਕਰਦਾ ਹੈ ਉਵੇਂ ਉਵੇਂ ਜਿਹੜੀ ਉਹਦੀ ਆਊਟਰ ਪ੍ਰੋਟੈਕਟਿਵ ਲੇਅਰ ਜਿਹਨੂੰ ਆਪਾਂ ਐਪੀਡਰਮਿਸ ਲੇਅਰ ਕਹਿੰਦੇ ਹਾਂ, ਸਲੋਲੀ ਉਹ ਚੇਂਜਿਸ ਹੁੰਦੀ ਹੈ ਅਤੇ ਉਹ ਕਿਹ 'ਚ ਕਨਵਰਟ ਹੋ ਜਾਂਦੀ? ਸੈਕੰਡਰੀ ਮੈਰਿਸਟਮ 'ਚ. ਸੋ ਸੈਕੰਡਰੀ ਮੈਰਿਸਟਮ ਜਿਹੜੀ ਹੈ ਉਹ ਕੀ ਹੈ? ਦੈਟ ਇਜ਼ ਆਲਸੋ ਅ ਪ੍ਰੋਟੈਕਟਿਵ ਲੇਅਰ, ਬਟ ਉਹ ਹੁਣ ਡੈਡ ਸੈਲਸ ਦੀ ਹੈ, ਉਹ ਹੁਣ ਮਕੈਨੀਕਲ ਸਪੋਰਟ ਕਰਦੀ ਪਈ ਹੈ. ਸੋ ਇਹਦੇ ਵਿੱਚ ਜਿਹੜੇ ਵੀ ਸੈਲਸ ਹੁੰਦੇ ਨੇ ਉਹ ਡੈਡ ਹੁੰਦੇ ਨੇ ਐਂਡ ਉਹਨਾਂ ਵਿੱਚ ਕੋਈ ਸਪੇਸ ਪ੍ਰੈਜ਼ੈਂਟ ਨਹੀਂ ਹੁੰਦੀ. ਦੇ ਆਰ ਵਿਦਾਊਟ ਐਨੀ ਇੰਟਰਸੈਲੂਲਰ ਸਪੇਸ, ਕੋਈ ਸਪੇਸ ਨਹੀਂ ਪ੍ਰੈਜ਼ੈਂਟ ਅਤੇ ਇੱਕਦਮ ਟਾਈਟਲੀ ਉਹ ਆਪਸ ਵਿੱਚ ਜੁਆਇੰਟ ਹੁੰਦੇ ਨੇ.
ਤੇ ਉਹਨਾਂ ਵਿੱਚ ਇੱਕ ਸਬੇਰੀਨ ਕੈਮੀਕਲ ਹੈ, ਇਹਦੇ ਬਾਰੇ ਤੁਹਾਨੂੰ ਆਲਰੇਡੀ ਮੈਂ ਹੁਣੇ ਐਕਸਪਲੇਨ ਕੀਤਾ ਹੈ। ਸੋ ਕੌਰਕ ਜਿਹੜਾ ਹੈ, ਸੋ ਇਹਦਾ ਇੱਕ ਯੂਜ਼ ਹੈ, ਬਹੁਤ ਇੰਪੋਰਟੈਂਟ ਯੂਜ਼ ਹੈ ਕਿ ਆਪਾਂ ਇਹਨੂੰ ਸਪੋਰਟਸ ਗੁੱਡਸ ਦੇ ਵਿੱਚ ਯੂਜ਼ ਕਰਦੇ, ਬਿਕੋਜ਼ ਇਟ ਇਜ਼ ਅ ਗੁੱਡ ਇਨਸੂਲੇਟਰ। ਠੀਕ ਹੈ, ਅਤੇ ਇਹ ਜਲਦੀ ਇਹਨੂੰ ਅੱਗ ਨਹੀਂ ਲੱਗਦੀ, ਇਟ ਡਜ਼ ਨਾਟ ਕੈਚ ਫਾਇਰ ਈਜ਼ੀਲੀ ਐਂਡ ਲਾਈਟ ਵੇਟਡ ਹੈ। ਸੋ ਇਹਨੂੰ ਮੋਸਟਲੀ ਆਪਾਂ ਸਪੋਰਟਸ ਗੁੱਡਸ ਵਿੱਚ ਯੂਜ਼ ਕਰਦੇ ਹਾਂ। ਠੀਕ ਹੈ, ਨੈਕਸਟ ਇਜ਼ ਟਿਸ਼ੂਜ਼ ਇਨ ਪਲਾਂਟਸ, ਦੈਟ ਇਜ਼ ਕੰਪਲੈਕਸ ਟਿਸ਼ੂ ਦੀ ਆਪਾਂ ਗੱਲ ਕਰਾਂਗੇ, ਜੇ ਕੰਪਲੈਕਸ ਪਰਮਾਨੈਂਟ ਟਿਸ਼ੂਜ਼ ਦੀ, ਦੈਟ ਇਜ਼ ਜ਼ਾਇਲਮ ਐਂਡ ਫਲੋਐਮ। ਠੀਕ ਹੈ, ਸੋ xylem ਜਿਹੜਾ xylem is composed of 4 types, that is tracheids, vessels, xylem, parenchyma and xylem fibers। ਤੇ ਜੇ ਆਪਾਂ phloem ਦੀ ਗੱਲ ਕਰੀਏ, it is composed of sieve tubes, companion cells, phloem fiber and phloem parenchyma। so phloem, it is a complex permanent tissue which is specialized for the conduction of food and other organic substances। ठीक है, एक कॉम्पलैक्स परमानेंट टिशू है, तो ਇਹਦਾ फंक्शन की है, ये की कंडक्ट करता है ऑल ओवर द प्लांट फूड, क्योंकि फूड कितने बनता है, लीव्स से बनता है। लीव्स से क्लोरोप्लास्ट प्रेजेंट ने, इस करके उत्थे फोटोसिंथेसिस दे नाल फूड बनता है, बट लीव तो ऑल ओवर द प्लांट कौन सप्लाई करता है, फ्लोएम। then about xylem भी एक complex permanent tissues है and it is specialized for the conduction of water and mineral substances in the plant body। ठीक है, ਜਿਵੇਂ ਕਿ ਆਪਾਂ ਨੂੰ ਪਤਾ ਹੈ ਸੋਇਲ ਦੇ ਵਿੱਚ, ਜੇ ਸੋਇਲ ਦੇ ਵਿੱਚ ਮਤਲਬ ਵਾਟਰ ਹੈ, ਆਪਾਂ ਜਦੋਂ ਵੀ ਪਲਾਂਟ ਨੂੰ ਵਾਟਰਿੰਗ ਕਰਦੇ ਹਾਂ, ਆਪਾਂ ਉਹਦੀ ਰੂਟਸ 'ਤੇ ਹੀ ਵਾਟਰਿੰਗ ਕਰਦੇ ਹਾਂ, ਉਹਦੇ ਉੱਪਰ ਨਹੀਂ ਨਾ ਵਾਟਰਿੰਗ ਕਰਦੇ, ਬਿਕੋਜ਼ ਉਹਦੀਆਂ ਰੂਟਸ ਨੇ ਹੀ ਪਾਣੀ ਨੂੰ ਅਬਜ਼ਰਵ ਕਰਨਾ ਹੈ। ਸੋ ਜਿਹੜਾ ਵੀ ਵਾਟਰ ਹੁੰਦਾ ਹੈ ਉਹਨੂੰ ਰੂਟਸ ਅਬਜ਼ਰਵ ਕਰਦੀਆਂ ਨੇ, ਐਂਡ ਜ਼ਾਇਲਮ ਜਿਹੜਾ ਟਿਸ਼ੂ ਹੈ ਉਹ थ्रू रूट्स ऑल ओवर द प्लांट वाटर ਨੂੰ ਤੇ ਮਿਨਰਲਸ ਨੂੰ ਸਪਲਾਈ ਕਰਦਾ ਹੈ। ਠੀਕ ਹੈ, ਸੋ ਜੇ ਤੁਸੀਂ ਹੋਰ ਇਹਦੇ ਡਿਟੇਲ ਵਿੱਚ ਕਰੈਕਟਰਸ ਦੇਖਣਾ ਚਾਹੁੰਦੇ ਹੋ, ਦੈਨ ਵੀ ਕੈਨ ਸੀ ਜ਼ਾਇਲਮ ਦੀ ਜਿਹੜੀ ਸੈਲਸ ਨੇ, ਦੇ ਹੈਵ ਥਿਕ ਵਾਲਸ। ਇਹਦੇ ਵਿੱਚ ਕਿਹੜੇ ਐਲੀਮੈਂਟਸ ਆ ਜਾਂਦੇ ਨੇ, ਟ੍ਰੈਚਿਡਸ, ਵੈਸਲ, ਜ਼ਾਇਲਮ ਪੈਰੇਨਕਾਈਮਾ, ਜ਼ਾਇਲਮ ਸਕ੍ਰੀਨਕਾਈਮਾ। ਠੀਕ ਹੈ, ਸੋ ਜੇ ਆਪਾਂ ਵੈਸਲਸ ਦੀ ਗੱਲ ਕਰੀਏ, ਬਹੁਤ ਇੰਪੋਰਟੈਂਟ ਐਲੀਮੈਂਟ ਨੇ ਐਂਡ ਦੇ ਆਰ ਸ਼ਾਰਟਰ ਐਂਡ ਵਾਈਡਰ ਦੈਨ ਟ੍ਰੈਚਿਡਸ। ਜੇ ਆਪਾਂ ਟ੍ਰੈਚਿਡਸ ਦੇ ਨਾਲ ਕੰਪੇਅਰ ਕਰੀਏ, ਅਤੇ ਜਿਹੜੇ ਵੈਸਲ ਐਲੀਮੈਂਟਸ ਨੇ ਉਹ ਥੋੜ੍ਹੇ ਜਿਹੇ ਸ਼ਾਰਟ ਨੇ ਅਤੇ ਵਾਈਡ ਨੇ। ਇਹਨਾਂ ਦਾ ਸਟਰਕਚਰ ਜਿਹੜਾ ਵੈਸਲਸ ਅਤੇ ਟ੍ਰੈਚਿਡਸ ਦਾ ਤੁਸੀਂ ਡਾਇਗਰਾਮ ਵਿੱਚ ਵੀ ਦੇਖ ਸਕਦੇ ਹੋ, ਟਿਊਬ ਲਾਈਕ ਸਟਰਕਚਰ ਹੈ, ਜੋ ਕਿ ਹੈਲਪ ਕਰਦਾ ਹੈ ਵਾਟਰ ਦੀ ਅਤੇ ਮਿਨਰਲਸ ਦੀ ਟਰਾਂਸਪੋਰਟ ਲਈ, ਵਰਟੀਕਲੀ ਟਰਾਂਸਪੋਰਟੇਸ਼ਨ ਲਈ ਵਾਟਰ ਅਤੇ ਮਿਨਰਲ ਦੀ। ਜੇ ਆਪਾਂ ਜ਼ਾਇਲਮ ਪੈਰੇਨਕਾਈਮਾ ਦੀ ਗੱਲ ਕਰੀਏ, ਇਟ ਸਟੋਰਸ ਫੂਡ ਐਂਡ ਹੈਲਪਸ ਇਨ ਦ ਲੇਟਰਲ ਕੰਡਕਸ਼ਨ ਆਫ ਵਾਟਰ। ਸੋ ਲੇਟਰਲ ਕੰਡਕਸ਼ਨ ਆਫ ਵਾਟਰ 'ਚ ਹੈਲਪ ਕਰਦਾ, ਨਾਲ ਦੇ ਨਾਲ ਫੂਡ ਨੂੰ ਵੀ ਸਟੋਰ ਕਰ ਸਕਦਾ ਹੈ। ਸੋ ਨਾਟ ਓਨਲੀ ਜਸਟ ਇਹ ਆ ਕਿ ਜ਼ਾਇਲਮ ਜਿਹੜਾ ਇਹ ਉਹ ਵਾਟਰ ਅਤੇ ਮਿਨਰਲ ਹੀ ਟਰਾਂਸਪੋਰਟ ਕਰਦਾ, ਇਸ ਤੋਂ ਇਲਾਵਾ ਵੀ ਜ਼ਾਇਲਮ ਦੇ ਫੰਕਸ਼ਨਸ ਨੇ, ਲਾਈਕ ਸਪੋਰਟ ਟੂ ਪਲਾਂਟਸ, ਇਟ ਪ੍ਰੋਵਾਈਡ ਸਪੋਰਟ ਟੂ ਪਲਾਂਟਸ ਐਂਡ ਟਰੀਜ਼, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਟਫ ਲਿਗਨੀਫਾਈਡ ਵੈਸਲਸ ਇਹਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ ਨੇ, ਇਸ ਕਰਕੇ ਇਹ ਬਹੁਤ ਸਟਰੈਂਥ ਪ੍ਰੋਵਾਈਡ ਕਰਦਾ ਪਲਾਂਟਸ ਨੂੰ ਅਤੇ ਟਰੀਜ਼ ਨੂੰ। ਫਿਰ ਫਲੋਐਮ ਦੀ ਜੇ ਆਪਾਂ ਗੱਲ ਕਰੀਏ, ਇਹਦੇ ਵਿੱਚ ਸੀਵ ਟਿਊਬਸ ਨੇ, ਜਿਹੜੀ ਉਹਨਾਂ ਦਾ ਟਿਊਬ ਲਾਈਕ ਸਟਰਕਚਰ ਹੈ। ਐਲੀਮੈਂਟਸ ਇਹਦੇ ਵਿੱਚ ਸੀਵ ਟਿਊਬਸ ਨੇ, ਕੰਪੈਨੀਅਨ ਸੈਲਸ ਨੇ, ਫਲੋਐਮ ਪੈਰੇਨਕਾਈਮਾ, ਫਲੋਐਮ ਫਾਈਬਰਸ ਨੇ, ਜੋ ਆਪਾਂ ਹੁਣੇ ਦੇਖ ਕੇ ਆਏ ਹਾਂ। ਤੁਸੀਂ ਦੇਖ ਸਕਦੇ ਹੋ ਡਾਇਗਰਾਮ ਦੇ ਵਿੱਚ ਵੀ ਐਂਡਸ 'ਤੇ, ਠੀਕ ਹੈ, ਸੀਵ ਟਿਊਬਸ ਦੇ ਐਂਡਸ 'ਤੇ ਇੱਕ ਪਲੇਟ ਪ੍ਰੈਜ਼ੈਂਟ, ਜਿਹਨੂੰ ਆਪਾਂ ਸੀਵ ਪਲੇਟ ਕਹਿ ਦਿੰਦੇ ਹਾਂ, ਐਂਡ ਇਜ਼ ਪਰਫੋਰੇਟਡ। ਉਹਦੇ ਵਿੱਚ ਪਰਫੋਰੇਸ਼ਨਸ ਨੇ, ਹੋਲਸ ਨੇ, ਡਿਊ ਟੂ ਪ੍ਰੈਜ਼ੈਂਸ ਆਫ ਪੋਰਸ। ਠੀਕ ਹੈ, ਉਹ ਪਰਫੋਰੇਟਡ ਹੈ। ਇਹਦਾ ਫੰਕਸ਼ਨ ਕੀ ਹੈ, ਇਟ ਟਰਾਂਸਪੋਰਟ ਦ ਪ੍ਰੀਪੇਅਰਡ ਫੂਡ ਫਰੋਮ ਲੀਵਸ to the storage organs and from storage organs to growing regions। ठीक है, leaves तो storage organs तक लेके जाता है फूड, फिर storage organs तो all over the जिथे भी उदी requirement आ, mostly growing region ते requirement होंदी फूड दी, उथे लेके जाता है। so here you can see the difference between these two, xylem and phloem। ठीक है, so xylem conducts water and minerals, phloem conducts food। xylem ਦੀ ਜਿਹੜੀ ਕੰਡਕਸ਼ਨ ਹੈ, ਮੂਵਮੈਂਟ ਹੈ, ਉਹ ਵਨ ਡਾਇਰੈਕਸ਼ਨ 'ਚ ਹੁੰਦੀ, ਦੈਟ ਮੀਨਸ ਡਾਊਨ ਟੂ ਅਪ, ਨੀਚਿਓਂ ਮਤਲਬ ਉੱਪਰ ਵੱਲ ਨੂੰ, ਵਨ ਡਾਇਰੈਕਸ਼ਨ ਹੀ ਹੈ, ਕਿਉਂਕਿ ਰੂਟਸ ਤੋਂ ਉੱਪਰ ਨੂੰ ਜਾਓ ਵਾਟਰ ਐਂਡ ਮਿਨਰਲਸ। ਫਲੋਐਮ ਦੀ 2 ਡਾਇਰੈਕਸ਼ਨਸ ਹੈ, ਅਪਵਰਡ ਐਂਡ ਡਾਊਨਵਰਡ ਦੋਨੋਂ ਸਾਈਡ। ਕੰਡਕਟਿੰਗ ਚੈਨਲਸ ਟ੍ਰੈਚਿਡਸ ਅਤੇ ਵੈਸਲਸ ਨੇ, ਅਤੇ ਫਲੋਐਮ ਦੇ ਵਿੱਚ ਕੰਡਕਟਿੰਗ ਚੈਨਲਸ ਕਿਹੜੇ ਨੇ, ਜਸਟ ਸੀਵ ਟਿਊਬਸ ਹੀ ਨੇ, ਸੀਵ ਟਿਊਬਸ ਹੀ ਕੰਡਕਟਿੰਗ ਚੈਨਲਸ ਐਕਟ ਕਰਦੇ ਨੇ
ਜੋ ਕਿ ਵਾਟਰ ਨੂੰ ਜੋ ਕਿ ਫੂਡ ਨੂੰ ਟਰਾਂਸਪੋਰਟ ਕਰਦੇ ਨੇ। ਇਨ ਕੇਸ ਆਫ ਜ਼ੈਲਮ, ਜਸਟ ਜੇ ਆਪਾਂ ਜ਼ੈਲਮ ਪੈਰਨਕਾਈਮਾ ਦੇਖੀਏ ਨਾ, ਉਹੀ ਇਕੱਲਾ ਹੀ ਲਿਵਿੰਗ ਆ, ਬਾਕੀ ਸਾਰੇ ਡੈਡ ਐਲੀਮੈਂਟਸ ਨੇ। ਤੇ ਇਨ ਕੇਸ ਆਫ ਫਲੋਐਮ ਆਲ ਐਲੀਮੈਂਟਸ ਆਰ ਲਿਵਿੰਗ, ਓਨਲੀ ਫਲੋਐਮ ਫਾਈਬਰਸ ਆਰ ਡੈਡ। Xylem ਜਿਹੜਾ it conducts and gives mechanical strength due to presence of lignified vessels। ਤੇ phloem ਜਿਹੜਾ it conducts and also gives no mechanical strength, ਇਹ ਕੋਈ mechanical strength ਨਹੀਂ ਪ੍ਰੋਵਾਈਡ ਕਰਦਾ, ਜਸਟ ਇਹ ਕੀ ਕਰਦਾ ਹੈ, ਫੂਡ ਹੀ ਟਰਾਂਸਪੋਰਟ ਕਰਦਾ ਹੈ। ਕਲੀਅਰ? ਓਕੇ, ਥੈਂਕ ਯੂ।